शुरू करते हैं नैशनल इनकम एग्रीगेट। कहना भाई एग्रीगेट स्टडी करन तो पहला कई चीज़ां होर स्टडी करनियां जरूरी ने, जिवें कि डोमैसटिक प्रोडक्ट अते नैशनल प्रोडक्ट। कहना जे मैं तुहानूं फर्क दस्सां दोनां दे विच तां डोमैसटिक प्रोडक्ट वो चीज़ हुंदी है, इहनूं तुसीं डोमैसटिक इनकम भी कह सकदे हो। की कह सकदे हो? ओके शुभ, थैंक यू भाई। ना ना बस मेहरबानी। ਅੱਗੇ ਦੇਖਦੇ ਹਾਂ ਡੋਮੈਸਟਿਕ ਪ੍ਰੋਡਕਟ ਜਾਂ ਡੋਮੈਸਟਿਕ ਇਨਕਮ ਇੱਕ ਅਜਿਹੀ ਚੀਜ਼ ਆ, ਤੁਸੀਂ ਕਹਿ ਸਕਦੇ ਹੋ ਸਾਰੇ ਫਾਈਨਲ ਗੁੱਡਸ ਦੀ ਅਤੇ ਸਰਵਿਸਿਜ਼ ਦੀ ਵੈਲਿਊ ਵਿਦ ਇਨ ਦਾ ਡੋਮੈਸਟਿਕ ਟੈਰੀਟਰੀ ਇਨ ਏ ਈਅਰ। ਪਤਾ ਲੱਗ ਗਿਆ ਕੀ ਹੈ? ਆ ਇੰਡੀਆ ਹੈ, ਇੰਡੀਆ ਦੇ ਵਿੱਚ ਕਿਹੜਾ ਕਿਹੜਾ ਸਮਾਨ ਬਣਦਾ ਹੈ ਉਹ ਹੈ ਇਸ ਚਾਰ ਦੀਵਾਰੀ ਦੇ ਵਿੱਚ ਇਹ ਹੈ ਡੋਮੈਸਟਿਕ ਪ੍ਰੋਡਕਟ। ਠੀਕ ਹੈ, ਤੇ ਡੋਮੈਸਟਿਕ ਇਨਕਮ ਵੀ ਇਹੀ ਹੈ, ਜਿਹੜਾ ਆਪਾਂ ਪੈਸਾ ਇਹਨਾਂ ਪ੍ਰੋਡਕਟਾਂ ਨੂੰ ਵੇਚ ਕੇ ਕਮਾਉਣੇ ਆ ਉਹ ਡੋਮੈਸਟਿਕ ਇਨਕਮ ਹੈ। ਡੋਮੈਸਟਿਕ ਇਨਕਮ ਹੈ ਜਿਹੜੀ ਉਹ ਸਮ ਹੈ ਸਾਰੇ ਫੈਕਟਰਾਂ ਦਾ, ਆਲ ਦਾ ਪ੍ਰੋਡਕਸ਼ਨ ਯੂਨਿਟ ਜਿਹੜੇ ਪੈਦਾ ਕਰਦੇ ਵਿਦ ਇਨ ਦਾ ਡੋਮੈਸਟਿਕ ਟੈਰੀਟਰੀ ਇਨ ਏ ਈਅਰ। ਬਸ ਪਤਾ ਲੱਗ ਗਿਆ, ਜਿਹੜੀ ਇਨਕਮ ਇਸ ਚਾਰ ਦੀਵਾਰੀ ਦੇ ਵਿੱਚ ਤੁਸੀਂ obtain ਕੀਤੀ ਆ ਉਹਨੂੰ ਤੁਸੀਂ ਡੋਮੈਸਟਿਕ ਇਨਕਮ ਕਹਿ ਦੇਣਾ। ਸਮਝ ਆਇਆ? ਬੋਲੋ। ਹੁਣ ਉਹ ਕਹਿੰਦਾ ਜੇ ਇਨਕਮ ਨੈਸ਼ਨਲਸ ਦੁਆਰਾ ਅਰਨ ਕੀਤੀ ਗਈ ਹੋਵੇ ਉਹਨੂੰ ਨੈਸ਼ਨਲ ਇਨਕਮ ਕਹਿ ਦੇਣਾ। ਕੀ ਕਹਿ ਦੇਣਾ ਉਹਨੂੰ? ਇਹਨੂੰ ਆਪਾਂ ਚੰਗੀ ਤਰ੍ਹਾਂ ਅੱਗੇ ਵੀ ਪੜਾਂਗੇ। ਨੈਸ਼ਨਲ ਇਨਕਮ ਕਹਿੰਦਾ ਸਮ ਟੋਟਲ ਹੁੰਦਾ ਹੈ ਸਾਰੀਆਂ ਇਨਕਮਸ ਦਾ ਜਿਹੜੀ ਕਿ ਅਰਨ ਹੁੰਦੀ ਹੈ ਬਾਈ ਦੀ ਨੋਰਮਲ ਟੈਰੀਟਰੀ, ਨੋਰਮਲ ਰੈਜ਼ੀਡੈਂਟਸ ਆਫ ਦੀ ਕੰਟਰੀ। ਟੈਰੀਟਰੀ ਵਰਡ ਇੱਥੇ ਨਹੀਂ ਹੈਗਾ, ਟੈਰੀਟਰੀ ਵਰਡ ਨੈਸ਼ਨਲ ਇਨਕਮ 'ਚ ਨਹੀਂ ਹੈਗਾ। ਟੈਰੀਟਰੀ ਵਰਡ ਡੋਮੈਸਟਿਕ ਇਨਕਮ 'ਚ ਸੀਗਾ, ਨੈਸ਼ਨਲ ਇਨਕਮ 'ਚ ਨਹੀਂ। ਯਾਨੀ ਕਿ ਇਹ ਇੱਕ ਚਾਰ ਦੀਵਾਰੀ ਨਹੀਂ ਹੈਗੀ, ਪਰ ਬੰਦੇ ਆਪਣੇ ਆ, ਨੋਰਮਲ ਰੈਜ਼ੀਡੈਂਟਸ ਹੈ। ਕੀ ਹੈ? ਨੋਰਮਲ ਰੈਜ਼ੀਡੈਂਟਸ ਹੈ। ਤਾਂ ਆਪਾਂ ਕਹਿ ਸਕਦੇ ਹਾਂ ਇਹਨੂੰ ਆਪਾਂ ਨੈਸ਼ਨਲ ਪ੍ਰੋਡਕਟ ਵੀ ਕਹਿ ਸਕਦੇ, ਜਿਵੇਂ ਆਪਾਂ ਉਹਨੂੰ ਡੋਮੈਸਟਿਕ ਪ੍ਰੋਡਕਟ ਕਹਿੰਦੇ ਸੀਗੇ, ਅਤੇ ਇਹਨੂੰ ਆਪਾਂ ਨੈਸ਼ਨਲ ਇਨਕਮ ਵੀ ਕਹਿ ਸਕਦੇ, ਜਿਵੇਂ ਆਪਾਂ ਉਹਨੂੰ ਡੋਮੈਸਟਿਕ ਇਨਕਮ ਕਹਿੰਦੇ ਸੀ। ਕਹਿੰਦਾ ਜਿਹੜਾ ਨੈਸ਼ਨਲ ਪ੍ਰੋਡਕਟ ਹੈ ਉਹ ਉਦੋਂ ਹੀ ਬਣੂਗਾ, ਰਾਈਜ਼ ਹੋਊਗਾ ਜਦੋਂ ਇਕਨੋਮੀ ਇੱਕ ਮਾਡਰਨ ਇਕਨੋਮੀ ਹੋਊਗੀ। ਮਾਡਰਨ ਇਕਨੋਮੀ ਕਿਹੜੀ ਹੁੰਦੀ ਹੈ? ਜਿਹੜੀ ਓਪਨ ਹੁੰਦੀ ਹੈ। ਓਪਨ ਕਿਹੜੀ ਹੁੰਦੀ ਹੈ? ਜਿਹਦਾ ਵਾਰਤਾਲਾਪ ਬਾਹਰਲੇ ਵਰਲਡ ਦੇ ਨਾਲ ਵੀ ਹੁੰਦਾ ਹੈ, ਯਾਨੀ ਕਿ ਜਿਹੜੀ ਐਕਸਪੋਰਟ ਵੀ ਕਰਦੀ ਹੈ ਅਤੇ ਇੰਪੋਰਟ ਵੀ ਕਰਦੀ ਹੈ ਸਰਵਿਸਾਂ ਅਤੇ ਗੁੱਡਸ। ਕਹਿੰਦਾ ਡੋਮੈਸਟਿਕ ਪ੍ਰੋਡਕਟ ਹੋਵੇਗਾ ਜਿਹੜਾ ਉਹ ਇੰਡੀਅਨ ਟੈਰੀਟਰੀ ਦੇ ਵਿੱਚ ਹੋਵੇਗਾ, ਪਰ ਜਿਹੜਾ ਨੈਸ਼ਨਲ ਪ੍ਰੋਡਕਟ ਹੋਵੇਗਾ ਉਹ ਟੈਰੀਟਰੀ ਦਾ ਵਰਡ ਆਪਾਂ ਉੱਥੇ ਯੂਜ਼ ਨਹੀਂ ਕਰਨਾ। ਠੀਕ ਹੈ। ਡੋਮੈਸਟਿਕ ਪ੍ਰੋਡਕਟ ਕਹਿੰਦਾ ਫੋਰਨਰਸ ਵੀ ਹੋ ਸਕਦੇ ਆ ਜਿਹੜੇ may accrue to foreigners because this part of domestic product is product by enterprise owned by the foreigners। ਹਾਂ ਦੇਖੋ ਕੀ ਹੈ, ਫੋਰਨਰ ਬੰਦਾ, ਫੋਰਨਰ ਆਪਣੀ ਚਾਰ ਦੀਵਾਰੀ ਦੇ ਵਿੱਚ ਬੈਠ ਕੇ ਕੁਛ ਨਾ ਕੁਛ ਕਰ ਰਹੇ ਆ। ਦੇਖੋ ਯਾਰ ਡੋਮੈਸਟਿਕ ਦਾ ਮਤਲਬ ਸਿਰਫ ਇਹੀ ਹੈ ਵੀ ਬਾਊਂਡਰੀ ਦੇ ਵਿੱਚ ਚਾਹੇ ਕੋਈ ਮਰਜ਼ੀ ਬੈਠਾ ਯਾਰ, ਮੁੱਦਾ ਇਹ ਨਹੀਂ ਹੈਗਾ। ਠੀਕ ਹੈ। ਜਿਵੇਂ ਆਪਾਂ ਦੇਖੀਏ ਮਾਰੂਤੀ ਦੀ ਏਜੰਸੀ ਇੰਡੀਆ ਦੇ ਵਿੱਚ ਮਾਰੂਤੀ ਕਾਰ ਬਣਾ ਰਹੀ ਹੈ, ਇਹ ਡੋਮੈਸਟਿਕ ਪ੍ਰੋਡਕਟ ਹੈ। ਠੀਕ ਹੈ। ਸੁਜ਼ੂਕੀ ਕੰਪਨੀ ਹੈ ਜਿਹੜੀ ਉਹ ਜਾਪਾਨ ਦੀ ਹੈ। ਕਿੱਥੋਂ ਦੀ ਆ ਉਹ? ਜਾਪਾਨ ਦੀ ਹੈ। ਠੀਕ ਹੈ। ਅਤੇ ਜਿਹੜੀ ਜਾਪਾਨ ਦਾ ਜਿਹੜਾ ਸੁਜ਼ੂਕੀ ਕੰਪਨੀ ਦਾ ਜਦੋਂ ਕੋਈ ਪ੍ਰੋਡਕਟ ਬਣਦਾ ਹੈ, ਪਾਰਟ ਆਫ ਦਿਸ ਪ੍ਰੋਡਕਟ ਐਕਰੀਜ਼ ਟੂ ਸੁਜ਼ੂਕੀ ਕੰਪਨੀ ਅਰਨਡ ਬਾਈ ਇਟ ਫਰੋਮ ਪ੍ਰੋਡਕਸ਼ਨ ਐਕਟੀਵਿਟੀ ਇਨ ਇੰਡੀਆ, ਦਿਸ ਪ੍ਰੋਫਿਟ ਆਰ ਜਾਪਾਨ ਨੈਸ਼ਨਲ ਪ੍ਰੋਡਕਟ ਬਿਕੋਜ਼ ਦੇ ਆਰ ਇਨਕਮ ਆਫ ਜੈਪਨੀਜ਼ ਓਨਡ ਕੈਪੀਟਲ ਇੰਡੀਆ। ਹੁਣ ਦੇਖੋ ਆਪਾਂ ਯਾਰ ਨੈਸ਼ਨਲ ਇਨਕਮ ਜਾਂ ਨੈਸ਼ਨਲ ਪ੍ਰੋਡਕਟ ਕਿਹਨੂੰ ਕਹਿ ਰਹੇ ਸੀਗੇ? ਸਾਡਾ ਬੰਦਾ ਚਾਹੇ ਬਾਹਰ ਕੰਮ ਕਰਦਾ ਉਹ ਨੈਸ਼ਨਲ ਇਨਕਮ ਹੈ। ਉਹ ਕੀ ਹੈ? ਜਾਪਾਨੀ ਕਹਿੰਦੇ ਸਾਡਾ ਬੰਦਾ ਚਾਹੇ ਬਾਹਰ ਕੰਮ ਕਰਦਾ ਵੀ ਨੈਸ਼ਨਲ ਇਨਕਮ ਹੋ ਗਈ। ਫਿਰ ਜਾਪਾਨ ਦੀ ਕੰਪਨੀ ਇੰਡੀਆ 'ਚ ਲੱਗੀ ਹੋਈ ਹੈ, ਉਹ ਫਿਰ ਡੋਮੈਸਟਿਕ ਪ੍ਰੋਡਕਟ ਨਹੀਂ ਹੈਗਾ ਆਪਣਾ, ਉਹ ਜਾਪਾਨੀਆਂ ਦਾ ਨੈਸ਼ਨਲ ਪ੍ਰੋਡਕਟ ਹੈ। ਕੀ ਆ ਉਹ? ਨੈਸ਼ਨਲ ਪ੍ਰੋਡਕਟ ਹੈ। ਠੀਕ ਹੈ। ਹੁਣ ਇੱਕ ਹੋਰ ਦੇਖਦੇ ਹਾਂ, ਇੰਡੀਆ ਦੇ ਬੰਦੇ
ਜਿਹੜੇ ਬਾਹਰ ਕੁਛ ਨਾ ਕੁਛ ਓਨ ਕਰੀ ਬੈਠੇ ਆ, ਕੀ ਕਰੀ ਬੈਠੇ ਆ, ਓਨ ਕਰੀ ਬੈਠੇ ਆ, ਜਦੋਂ ਉਹਦੇ ਵਿੱਚੋਂ ਇਨਕਮ ਨੂੰ ਅਰਨ ਕਰਨਗੇ ਤਾਂ ਉਹ ਇਨਕਮ ਕਿੱਧਰ ਲੈ ਕੇ ਜਾਓਗੇ, ਉਹਨੂੰ ਲੈ ਕੇ ਜਾਵਾਂਗੇ ਨੈਸ਼ਨਲ ਵਾਲੇ ਪਾਸੇ। ਕਿੱਧਰ ਲੈ ਕੇ ਜਾਵਾਂਗੇ ਉਹਨੂੰ, ਨੈਸ਼ਨਲ ਵਾਲੇ ਪਾਸੇ, ਠੀਕ ਹੈ। ਯਾਨੀ ਕਿ ਉਹ ਡੋਮੈਸਟਿਕ ਨਹੀਂ ਹੈਗੀ, ਉਹ ਕੀ ਹੈ, ਨੈਸ਼ਨਲ। ਸਾਡੇ ਬੰਦੇ ਨੇ ਕਮਾਈ ਆ, ਉਹ ਸਾਡੇ ਪ੍ਰੋਡਕਟ ਨੇ ਕਮਾਈ ਆ, ਓਕੇ। ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਨੈਸ਼ਨਲ ਪ੍ਰੋਡਕਟ ਹੈ ਉਹ ਕੀ ਹੈ, ਨੈਸ਼ਨਲ ਪ੍ਰੋਡਕਟ। ਡੋਮੈਸਟਿਕ ਤਾਂ ਹੈਗਾ ਹੀ ਹੈਗਾ ਜਿਹੜਾ ਸਾਡੀ ਧਰਤੀ 'ਤੇ ਬਣਦਾ, ਪਲੱਸ ਸਾਡਾ ਬੰਦਾ ਜਿਹੜਾ ਬਾਹਰ ਕਮਾ ਰਿਹਾ ਕੁਛ ਵੀ। ਨੈਟ ਫੈਕਟਰ ਇਨਕਮ ਜਿਹੜੀ ਬਾਹਰੋਂ ਆ ਰਹੀ, ਜਿਹੜੀ ਕਿੱਥੋਂ ਆ ਰਹੀ, ਬਾਹਰੋਂ ਆ ਰਹੀ। ਯਾਨੀ ਕਿ ਨੈਸ਼ਨਲ ਪ੍ਰੋਡਕਟ ਡੋਮੈਸਟਿਕ ਨਾਲੋਂ ਥੋੜ੍ਹਾ ਜਿਹਾ ਵੱਡਾ ਹੈ। ਕਿੰਨਾ ਵੱਡਾ ਉਹ, NFIA ਵੱਡਾ ਉਹ। NFIA ਮਤਲਬ ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਸਮਝ ਆ ਗਿਆ? ਮਤਲਬ ਕੀ ਹੈ, ਜਦੋਂ ਤੂੰ ਡੋਮੈਸਟਿਕ ਦੇ ਵਿੱਚ ਬਾਹਰਲੀ ਇਨਕਮ ਜੋੜ ਦੇਗਾ ਉਹ ਨੈਸ਼ਨਲ ਬਣ ਜਾਊਗਾ। ਉਹ ਕੀ ਬਣ ਜਾਊਗਾ, ਡੋਮੈਸਟਿਕ ਦਾ ਫਾਰਮੂਲਾ ਇੱਥੋਂ ਕੀ ਨਿਕਲ ਗਿਆ, ਨੈਸ਼ਨਲ ਦੇ ਵਿੱਚੋਂ NFIA ਘਟਾ ਦੇ, ਨੈਸ਼ਨਲ ਦੇ ਵਿੱਚੋਂ NFIA ਘਟਾ ਦੇ, ਡੋਮੈਸਟਿਕ ਆ ਗਿਆ। NFIA ਦਾ ਫਾਰਮੂਲਾ ਕੀ ਬਣ ਗਿਆ, ਨੈਸ਼ਨਲ ਦੇ ਵਿੱਚੋਂ ਡੋਮੈਸਟਿਕ ਘਟਾ ਦੇ, ਨੈਸ਼ਨਲ ਦੇ ਵਿੱਚੋਂ ਡੋਮੈਸਟਿਕ ਘਟਾ ਦੇ। ਐਂ 1 ਤੋਂ ਹੀ 3 ਬਣ ਜਾਣਗੇ, ਠੀਕ ਹੈ। ਅੱਗੇ ਦੇਖਦੇ ਹਾਂ। ਹੁਣ ਗੱਲਾਂ 2-3 ਹੋਰ ਆ ਗਈਆਂ। ਕਹਿੰਦਾ ਭਾਈ ਨੈਸ਼ਨਲ ਪ੍ਰੋਡਕਟ 2 ਰੇਟਾਂ 'ਤੇ ਹੁੰਦਾ, ਇੱਕ ਤਾਂ ਮਾਰਕੀਟ ਰੇਟਾਂ 'ਤੇ ਹੁੰਦਾ, ਇੱਕ ਫੈਕਟਰ ਰੇਟਾਂ 'ਤੇ ਹੁੰਦਾ। ਕਹਿੰਦਾ ਜਿਹੜੀ ਮਨੀ ਹੈ, ਫਾਈਨਲ ਗੁੱਡ ਦੀ ਜਿਹੜੀ ਵੈਲਿਊ ਆ, ਉਹ 2 ਤਰੀਕੇ ਨਾਲ ਤੁਸੀਂ ਮਾਪਦੇ ਹੋ। ਪਹਿਲਾ ਤਰੀਕਾ ਉਹ ਬਣੀ ਕਿੰਨੇ ਦੀ, ਦੂਜਾ ਤਰੀਕਾ ਉਹਦੀ ਮਾਰਕੀਟ 'ਚ ਕਿੰਨੀ ਕੁ ਰੈਪੂਟੇਸ਼ਨ ਹੈ। ਪਹਿਲਾ ਤਰੀਕਾ ਉਹਦੇ 'ਤੇ ਲਾਗਤ ਕਿੰਨੀ ਲੱਗੀ, ਉਹਨੂੰ ਫੈਕਟਰ ਕਾਸਟ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ ਉਹਨੂੰ, ਅਸਲੀ ਕਾਸਟ ਤਾਂ ਫਿਰ ਉਹੀ ਹੈ, ਮਾਰਕੀਟ ਕਾਸਟ ਤਾਂ ਡਿਮਾਂਡ ਕਰਕੇ ਚੱਕੀ ਗਈ, ਠੀਕ ਹੈ। ਕਹਿੰਦਾ ਭਾਈ ਫੈਕਟਰ ਕਾਸਟ ਉਹ ਕਾਸਟ ਹੁੰਦੀ ਆ ਜਿਹੜੀ ਇੱਕ ਪ੍ਰੋਡਿਊਸਰ ਨੇ ਖਰਚੀ ਹੁੰਦੀ ਹੈ ਉਹ ਚੀਜ਼ ਬਣਾਉਣ ਵਿੱਚ, ਉਹ ਚੀਜ਼ ਬਣਾਉਣ ਦੇ ਲਈ। ਮਾਰਕੀਟ ਪ੍ਰਾਈਸ ਉਹ ਪ੍ਰਾਈਸ ਹੁੰਦਾ ਹੈ ਜਿਹੜੇ ਪ੍ਰਾਈਸ ਦੇ ਉੱਤੇ ਉਹ ਚੀਜ਼ ਵਿਕਦੀ ਹੈ ਬਾਜ਼ਾਰ ਦੇ ਵਿੱਚ। ਸਮਝ ਆ ਗਿਆ? ਕਹਿੰਦਾ ਇਸੇ ਤਰੀਕੇ ਨਾਲ ਨੈਸ਼ਨਲ ਪ੍ਰੋਡਕਟ ਮਾਰਕੀਟ ਪ੍ਰਾਈਸ 'ਤੇ ਕੁਝ ਹੋਰ ਹੋਵੇਗਾ, ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਕੁਝ ਹੋਰ ਹੋਊਗਾ। ਸਮਝ ਆਈ ਗੱਲ ਕੀ? ਯਾਨੀ ਕਿ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕੀ ਆ? ਕਹਿੰਦਾ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕਿਸੇ ਵੀ ਪ੍ਰੋਡਕਟ ਦੀ ਉਹ ਵੈਲਿਊ ਹੈ, ਕਿਸੇ ਵੀ ਪ੍ਰੋਡਕਟ ਦੀ ਉਹ ਵੈਲਿਊ ਹੈ ਜਿਹੜੀ ਕਿ ਨਾਰਮਲ ਰੈਜ਼ੀਡੈਂਟਸ ਨੇ ਬਣਾਈ ਹੈ ਕਿਸੇ 1 ਸਾਲ ਦੇ ਵਿੱਚ। ਸਮਝ ਆਈ ਗੱਲ ਕੀ ਹੈ? ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕੀ ਹੈ? ਇਹ ਵੈਲਿਊ ਹੈ ਗੁਡਸ ਤੇ ਸਰਵਿਸਿਜ਼ ਦੀ ਜਿਹੜੀ ਕਿ ਪ੍ਰੋਡਿਊਸਡ ਬਾਏ ਨਾਰਮਲ ਰੈਜ਼ੀਡੈਂਟਸ ਆਫ ਏ ਕੰਟਰੀ ਡਿਊਰਿੰਗ ਦਾ ਈਅਰ। ਦੂਜੇ ਪਾਸੇ ਨੈਸ਼ਨਲ ਇਨਕਮ ਐਟ ਫੈਕਟਰ ਕਾਸਟ ਕੀ ਹੈ? ਇਟ ਇਜ਼ ਦ ਸਮ ਟੋਟਲ ਆਫ ਆਲ ਫੈਕਟਰ ਪੇਮੈਂਟਸ ਬਾਏ ਦਾ ਨਾਰਮਲ ਰੈਜ਼ੀਡੈਂਟਸ ਆਫ ਏ ਕੰਟਰੀ। ਆਲ ਫੈਕਟਰ ਪੇਮੈਂਟਸ ਕਿਹੜੀਆਂ? ਵੇਜਿਸ, ਇੰਟਰਸਟ, ਰੈਂਟ ਐਂਡ ਪ੍ਰੋਫਿਟ। ਆਹ 4 ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਕਹਿੰਦਾ ਹਰੇਕ ਇਕਨੋਮੀ ਦੇ ਵਿੱਚ ਸਾਰਾ ਇਹ ਫੈਕਟਰਾਂ ਦੀ ਕੋਆਪਰੇਸ਼ਨ ਦੇ ਨਾਲ ਕੋਈ ਵੀ ਚੀਜ਼ ਬਣਦੀ ਹੈ। ਫੈਕਟਰ ਕਿਹੜੇ ਕਿਹੜੇ ਹੁੰਦੇ? ਜਿਵੇਂ ਕਿ ਲੈਂਡ, ਜਿਵੇਂ ਕਿ ਲੇਬਰ, ਜਿਵੇਂ ਕਿ ਕੈਪੀਟਲ, ਜਿਵੇਂ ਕਿ ਐਂਟਰਪ੍ਰਾਈਜ਼। ਐਂਟਰਪ੍ਰਾਈਜ਼ ਮਤਲਬ ਕੰਪਨੀ, ਜੇ ਤੁਸੀਂ ਨਾਂ ਨੂੰ ਰੱਖੀ ਬੈਠੇ ਹੋ ਉੱਥੇ ਕੋਈ ਚੀਜ਼ ਬਣਦੀ ਹੈ। ਕਹਿੰਦਾ ਇਹਨਾਂ ਸਾਰੀਆਂ 'ਤੇ ਜਿਹੜੀ ਪੇਮੈਂਟ ਹੁੰਦੀ, ਦੇਖ ਜ਼ਮੀਨ ਦੀ ਪੇਮੈਂਟ ਹੋ ਗਈ, ਲੇਬਰ ਨੂੰ ਦਿਹਾੜੀ ਦਿੱਤੀ, ਕੈਪੀਟਲ 'ਤੇ ਇੰਟਰਸਟ ਆ ਗਿਆ, ਐਂਟਰਪ੍ਰਾਈਜ਼ ਨੂੰ ਪ੍ਰੋਫਿਟ ਦਿੱਤਾ। ਇਹ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਨੇ ਫੈਕਟਰਸ ਆਫ ਪ੍ਰੋਡਕਸ਼ਨ। ਕੀ ਬਣ ਜਾਂਦੀਆਂ ਨੇ ਇਹ? ਤੇ ਇਸੇ ਨੂੰ ਕਹਿ ਦਿੰਦੇ ਆ ਫੈਕਟਰ ਕਾਸਟ। ਸਮਝ ਆ ਗਿਆ? ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਅਤੇ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੇ ਵਿੱਚ ਕਹਿੰਦਾ ਡਿਫਰੈਂਸ ਹੁੰਦਾ ਹੈ। ਫਰਕ ਤਾਂ ਹੋਊਗਾ ਹੀ। ਕਿੱਥੇ ਤਾਂ ਯਾਰ ਉਹ ਚੀਜ਼ ਬਣੀ ਤਾਂ ਹੈਗੀ 500 ਦੀ, ਵਿਕੀ ਹੈਗੀ ਆ ਉਹ 700 ਦੀ। 700 ਦੀ ਕਿਉਂ ਵਿਕੀ? ਕਿਉਂਕਿ ਇਹਦੀ ਡਿਮਾਂਡ ਹੈ, ਕੰਜ਼ਿਊਮਰ ਕੋਲੇ ਉਹ ਵੱਧ ਪੈਸਿਆਂ 'ਚ ਪਹੁੰਚ ਰਹੀ ਹੈ ਕਿਉਂਕਿ ਉਸ ਬੰਦੇ ਨੇ ਪ੍ਰੋਫਿਟ ਕਮਾਉਣਾ ਹੈ, ਕਿਉਂਕਿ ਉਸ ਚੀਜ਼ 'ਤੇ ਟੈਕਸ ਲੱਗਣਾ ਹੈ, ਕਿਉਂਕਿ ਉਸ ਚੀਜ਼ 'ਤੇ ਡਿਊਟੀ ਲੱਗਣੀ ਹੈ, ਕਿਉਂਕਿ ਉਸ ਚੀਜ਼ 'ਤੇ ਹਰ ਤਰ੍ਹਾਂ ਦਾ GST ਟੈਕਸ ਟੁਕਸ ਸਾਰਾ ਕੁਝ ਲੱਗਣਾ। ਉਹ ਚੀਜ਼ ਮਹਿੰਗੀ ਹੋਊਗੀ, ਉਹ ਚੀਜ਼ ਕੀ ਹੋਊਗੀ? ਮਹਿੰਗੀ ਹੋਊਗੀ। ਇਹ ਟੈਕਸਾਂ ਟੁਕਸਾਂ ਕਰਕੇ ਮਾਰਕੀਟ ਪ੍ਰਾਈਸ ਹੁੰਦਾ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਫੈਕਟਰ ਕਾਸਟ ਨਾਲੋਂ। ਇਹ ਜਿਹੜੇ ਟੈਕਸ ਹੁੰਦੇ ਆ ਇਹ ਫੈਕਟਰ ਅਰਨਿੰਗ ਦਾ ਹਿੱਸਾ ਨਹੀਂ ਹੁੰਦੇ, ਇਹ ਸਰਕਾਰ ਦੀ ਅਰਨਿੰਗ ਹੁੰਦੀ ਹੈ। ਕਿਹਦੀ ਅਰਨਿੰਗ ਹੁੰਦੀ ਹੈ?
ਇਹ ਫੈਕਟਰ ਅਰਨਿੰਗ ਦਾ ਹਿੱਸਾ ਨਹੀਂ ਹੁੰਦੇ। ਇਸੇ ਕਰਕੇ ਤੁਸੀਂ ਟੈਕਸਾਂ ਨੂੰ ਹਮੇਸ਼ਾ ਘਟਾ ਦੇਣਾ, ਟੈਕਸਾਂ ਨੂੰ ਹਮੇਸ਼ਾ ਘਟਾ ਦੇਣਾ। ਦੂਜੇ ਪਾਸੇ ਸਬਸਿਡੀ ਦੇ ਨਾਲ ਹਰੇਕ ਚੀਜ਼ ਮਾਰਕੀਟ ਦੇ ਵਿੱਚ ਸਸਤੀ ਮਿਲਦੀ ਹੈ, ਕਿਉਂਕਿ ਸਰਕਾਰ ਤੁਹਾਨੂੰ ਪੈਸਾ ਦਿੰਦੀ ਹੈ ਵੀ ਤੁਸੀਂ ਸਾਡੇ ਤੋਂ ਪੈਸਾ ਲੈ ਲਓ ਜਾਂ ਇੰਨੇ % ਤੁਹਾਨੂੰ ਛੋਟ ਮਿਲ ਗਈ। ਤਾਂ ਸਬਸਿਡੀ ਜਿਹੜੀ ਸਸਤਾ ਕਰਦੀ ਹਰੇਕ ਚੀਜ਼ ਨੂੰ, ਉਹ ਤੁਹਾਨੂੰ ਜੋੜਨੀ ਪਊਗੀ, ਉਹ ਤੁਹਾਨੂੰ ਕਿਉਂਕਿ ਉਹ ਫੈਕਟਰ ਕਾਸਟ ਤੋਂ ਵੀ ਘਟ ਗਈ, ਕਿਉਂਕਿ ਉਹ ਕਿਤੋਂ ਘਟ ਗਈ, ਤਾਂ ਉਹ ਤੈਨੂੰ ਕੀ ਕਰਨੀ ਪਊਗੀ, ਜੋੜਨੀ ਪਊਗੀ। 1 ਕਿਲੋ ਕਣਕ ਹੈ ਜਿਹੜੀ, ਉਹ ਮੰਨ ਕੇ ਚੱਲ 50 ਦੀ ਹੈ। ਸਰਕਾਰ ਕੀ ਕਹਿੰਦੀ ਆ, ਸਰਕਾਰ ਕਹਿੰਦੀ ਅਸੀਂ 37 ਰੁਪਈਆਂ ਦੀ ਦੇਵਾਂਗੇ 1 ਕਿਲੋ। ਸਰਕਾਰ ਦਾ ਕੰਮ ਕੀ ਹੈ, 3 ਰੁਪਏ ਪ੍ਰਤੀ ਕਿਲੋ ਸਬਸਿਡੀ ਦੇ ਰਹੀ ਹੈ ਸਰਕਾਰ। ਇੱਥੇ ਕਿੰਨੀ ਦੇ ਰਹੀ ਹੈ ਦੇਖ, ਇੱਥੇ 37 ਜੋ 50 ਕੱਢ, ਇੱਥੇ ਤਾਂ 13 ਰੁਪਏ ਦੇ ਰਹੀ ਹੈ। ਜੇ ਮੰਨ ਕੇ ਚੱਲ 47 ਦੀ ਵੇਚੂਗੀ ਤਾਂ 3 ਰੁਪਏ ਸਬਸਿਡੀ ਦੇ ਰਹੀ ਹੈ। ਤਾਂ ਸਬਸਿਡੀ ਤੈਨੂੰ ਭਾਈ ਕੀ ਕਰਨਾ ਪਊਗਾ, ਜੋੜਨਾ ਪਊਗਾ। ਤਾਂ ਇੱਕ ਗੱਲ ਹੋਰ ਦੇਖ ਲਾ, ਤੇਰੇ ਕੋਲੇ ਟੈਕਸ ਵੀ ਦੇ ਰੱਖੇ ਆ, ਤੇਰੇ ਕੋਲੇ ਸਬਸਿਡੀ ਵੀ ਦੇ ਰੱਖੀ ਆ, ਠੀਕ ਹੈ। ਅਤੇ ਜੇ ਤੂੰ ਨੈੱਟ ਟੈਕਸ ਕੱਢਣੇ ਹੋਣ ਤਾਂ ਤੂੰ ਦੋਨੇ ਕਲਮਾਂ ਨੂੰ ਡਿਫਰੈਂਸ ਕਰ ਦੇ। ਕੀ ਕਰਦੇ ਤੂੰ, ਉਹ ਤੇਰਾ ਨੈੱਟ ਟੈਕਸ ਆ ਜਾਊਗਾ। ਕੀ ਆ ਜਾਊਗਾ ਤੇਰਾ ਨੈੱਟ, ਮਤਲਬ ਦੋਨਾਂ ਦਾ ਡਿਫਰੈਂਸ ਆ ਗਿਆ ਵੀ ਅਸਲ ਕਿੰਨਾ ਆਉਂਦਾ। ਜੇ ਮੰਨ ਕੇ ਚੱਲੋ ਤੇਰਾ ਜਿਹੜਾ ਘਾਟਾ ਹੋਇਆ ਤੈਨੂੰ ਉਹ ਹੋਇਆ 500 ਦਾ, ਜਿਹੜਾ ਤੈਨੂੰ ਵਾਧਾ ਹੋਇਆ ਉਹ ਹੋਇਆ ਤੈਨੂੰ 400 ਦਾ, ਤਾਂ ਨੈੱਟ ਘਾਟਾ ਕਿੰਨੇ ਦਾ ਹੋ ਗਿਆ, 100 ਦਾ, ਕਿਉਂਕਿ 400 ਤੈਨੂੰ ਵਾਧਾ ਵੀ ਹੋਇਆ। ਨੈੱਟ ਟੈਕਸ ਪਤਾ ਲੱਗ ਗਿਆ ਕੀ ਹੈ। ਕਹਿੰਦਾ ਭਾਈ ਨੈਸ਼ਨਲ ਪ੍ਰੋਡਕਟ ਇਸੇ ਕਰਕੇ ਮਾਰਕੀਟ ਪ੍ਰਾਈਸ ਦੇ ਵਿੱਚ ਨੈਸ਼ਨਲ ਪ੍ਰੋਡਕਟ ਫੈਕਟਰ ਕਾਸਟ ਨਾਲੋਂ ਵੱਖਰਾ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਟੈਕਸ ਅਤੇ ਸਬਸਿਡੀ ਸ਼ਾਮਲ ਹੋ ਜਾਂਦੇ ਆ। ਟੈਕਸ ਅਤੇ ਸਬਸਿਡੀ ਇਸੇ ਕਰਕੇ ਤੈਨੂੰ ਟੈਕਸ ਤਾਂ ਘਟਾਉਣੇ ਪੈਂਦੇ ਆ ਜੇ ਤੂੰ ਬਰਾਬਰ ਕਰਨਾ ਇਹਨੂੰ ਫੈਕਟਰ ਕਾਸਟ ਦੇ, ਅਤੇ ਤੈਨੂੰ ਸਬਸਿਡੀ ਜੋੜਨੀ ਪੈਂਦੀ ਹੈ। ਸਬਸਿਡੀ ਤੈਨੂੰ ਪਤਾ ਲੱਗ ਗਿਆ। ਜਦੋਂ ਫੈਕਟਰ ਕਾਸਟ ਤੇ ਨੈਸ਼ਨਲ ਪ੍ਰੋਡਕਟ ਕੱਢਣਾ ਤਾਂ ਮਾਰਕੀਟ ਪ੍ਰਾਈਸ ਦੇ ਵਿੱਚੋਂ ਟੈਕਸ ਘਟਾ ਦੇ, ਸਬਸਿਡੀ ਜੋੜ ਦੇ, ਟੈਕਸ ਘਟਾ ਦੇ, ਸਮਝ ਗਿਆ। ਹੁਣ ਜੇ ਮੰਨ ਕੇ ਚੱਲ ਸਬਸਿਡੀ ਹੈ ਹੀ ਨਹੀਂ ਉੱਥੇ, ਤਾਂ ਫਿਰ ਇਕੱਲੇ ਟੈਕਸ ਘਟਾ ਦੇ। ਹੁਣ ਦੇਖੋ ਸਬਸਿਡੀ ਹੈਗੀ ਹੈ, ਇਨਡਾਇਰੈਕਟ ਟੈਕਸ, ਸਬਸਿਡੀ, ਇਹਨਾਂ ਦਾ ਜਿਹੜਾ ਡਿਫਰੈਂਸ ਹੁੰਦਾ ਉਹ ਨੈੱਟ ਹੁੰਦਾ। ਕੀ ਹੁੰਦਾ ਉਹ, ਸਿੱਧਾ ਨੈੱਟ ਹੀ ਘਟਾ ਦੇ। ਇਹ ਵੀ ਲਿਖ ਸਕਦਾ ਤੂੰ, ਨੈੱਟ ਦਾ ਮਤਲਬ ਆਹੀ ਹੋ ਗਿਆ, ਸਬਸਿਡੀ ਤੇ ਇਨਡਾਇਰੈਕਟ ਟੈਕਸ ਦਾ ਮਾਈਨਸ, ਠੀਕ ਹੈ। ਇੱਕ ਵਰਡ ਆਊਗਾ ਹੁਣ ਗਰੋਸ, ਨੈੱਟ ਦਾ ਤੈਨੂੰ ਪਤਾ ਲੱਗ ਗਿਆ, ਹੁਣ ਆ ਗਿਆ ਗਰੋਸ। ਕਹਿੰਦਾ ਗਰੋਸ ਅਤੇ ਨੈੱਟ ਦੇ ਵਿੱਚ ਵੀ ਫਰਕ ਹੈ। ਗਰੋਸ ਅਤੇ ਨੈੱਟ ਦੇ ਵਿੱਚ ਕੀ ਫਰਕ ਹੈ, ਕਹਿੰਦਾ ਬਸ ਇੰਨਾ ਕੁ ਫਰਕ ਹੈ ਵੀ ਜਿੰਨੀ ਕੁ ਤੁਸੀਂ ਡੈਪਰੀਸੀਏਸ਼ਨ ਵਿੱਚ ਰੱਖ ਲਈ ਅਤੇ ਜਿੰਨੀ ਕੁ ਨਾ ਰੱਖੀ। ਕਹਿੰਦਾ ਜਦੋਂ ਵੀ ਅਸੀਂ ਕੋਈ ਚੀਜ਼ ਤੁਸੀਂ ਬਣਾਉਣੇ ਹੋ, ਕੁਛ ਕੁ ਹਿੱਸਾ ਸਟਾਕ ਦਾ ਗਲ ਜਾਂਦਾ, ਟੁੱਟ ਜਾਂਦਾ, ਸੜ ਜਾਂਦਾ, ਉਹ ਕੁਛ ਹਿੱਸਾ ਕੀ ਆ, ਉਹ ਡੈਪਰੀਸੀਏਸ਼ਨ ਹੈ। ਕੀ ਆ ਉਹ, ਹੁੰਦਾ ਕੀ ਹੈ, ਕਹਿੰਦਾ ਉਹ ਕੰਜ਼ੰਪਸ਼ਨ ਫਿਕਸਡ ਕੈਪੀਟਲ ਦੀ, ਜਿਹੜੀ ਕੰਜ਼ੰਪਸ਼ਨ ਹੋ ਜੇ ਫਿਕਸਡ ਕੈਪੀਟਲ 'ਚ, ਉਹਨੂੰ ਡੈਪਰੀਸੀਏਸ਼ਨ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ ਉਹਨੂੰ, ਫਿਕਸਡ ਕੈਪੀਟਲ ਸੀਗਾ। ਮੇਰੇ ਕੋਲ ਇੱਕ ਮਸ਼ੀਨ ਸੀਗੀ, ਮਸ਼ੀਨ ਦਾ ਕੁਛ ਹਿੱਸਾ ਕੰਜ਼ਿਊਮ ਹੋਣ ਦਾ ਮਤਲਬ ਨੁਕਸਾਨ ਹੋ ਜਾਣਾ, ਨਟ ਬੋਲਟ ਢਿੱਲੇ ਹੋ ਗਏ, ਟੁੱਟ ਗਿਆ, ਵੀ ਉਹਨੂੰ ਆਪਾਂ ਡੈਪਰੀਸੀਏਸ਼ਨ ਕਹਿੰਦੇ। ਕੀ ਕਹਿ ਦਿੰਦੇ ਆਪਾਂ ਨੂੰ, ਜਾਂ ਇਹ ਕਹਿ ਲਓ ਵੀ ਵੈਲਿਊ ਆਫ ਫਿਕਸਡ ਕੈਪੀਟਲ ਜਿਹੜੀ ਘਟ ਗਈ, ਜਿਹੜੀ ਵੈਲਿਊ ਜਿੰਨੀ ਘਟੀ ਉਹ ਡੈਪਰੀਸੀਏਸ਼ਨ ਹੈ। ਕੀ ਆ, ਡਿਊ ਟੂ ਕਿਉਂ ਘਟੀ, ਕਿਉਂਕਿ ਵੀਰ ਐਂਡ ਟੀਅਰ ਹੋ ਗਿਆ, ਟੁੱਟ ਗਿਆ, ਖੁੱਲ੍ਹ ਗਿਆ, ਢਿੱਲਾ ਹੋ ਗਿਆ, ਐਂ ਹੋਏ ਜੋ। ਠੀਕ ਕਹਿੰਦਾ ਇਸੇ ਕਰਕੇ ਭਾਈ ਤੁਹਾਨੂੰ ਡੈਪਰੀਸੀਏਸ਼ਨ ਅਲਾਉੈਂਸ ਵੀ ਮਿਲਣਾ ਚਾਹੀਦਾ। ਅਤੇ ਆਪਾਂ ਯਾਰ ਮੁੱਦੇ 'ਤੇ ਆਓ। ਕਹਿੰਦਾ ਡੈਪਰੀਸੀਏਸ਼ਨ ਦਾ ਕੀ ਕਰਾਂਗੇ, ਜਿੱਥੇ ਡੈਪਰੀਸੀਏਸ਼ਨ ਵਰਡ ਲਿਖਿਆ ਹੋਇਆ ਉੱਥੇ ਤੁਸੀਂ ਡੈਪਰੀਸੀਏਸ਼ਨ ਨੂੰ ਘਟਾ ਦਿਓਗੇ। ਕਿਹਦੇ ਵਿੱਚੋਂ, ਗਰੋਸ ਦੇ ਵਿੱਚੋਂ। ਗਰੋਸ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਗਰੋਸ ਦੇ ਵਿੱਚ ਡੈਪਰੀਸੀਏਸ਼ਨ ਵੀ ਆਉਂਦੀ ਹੈ। ਗਰੋਸ 'ਚ ਕੀ ਆਉਂਦੀ ਹੈ, ਗਰੋਸ 'ਚ ਡੈਪਰੀਸੀਏਸ਼ਨ ਆਉਂਦੀ ਹੈ, ਨੈੱਟ 'ਚ ਨਹੀਂ ਆਉਂਦੀ। ਯਾਨੀ ਕਿ ਜੇ ਮੈਂ ਗਰੋਸ 'ਚ ਡੈਪਰੀਸੀਏਸ਼ਨ ਚੱਕ ਦਿਆਂ ਤਾਂ ਨੈੱਟ ਹੀ ਆ ਜਾਊਗਾ, ਕਿਉਂਕਿ ਨੈੱਟ 'ਚ ਆਉਂਦੀ ਨਹੀਂ ਉਹ। ਯਾਨੀ ਕਿ ਨੈੱਟ ਬਰਾਬਰ ਹੈ ਗਰੋਸ ਮਾਈਨਸ ਡੀ। ਨੈੱਟ ਬਰਾਬਰ ਹੈ ਗਰੋਸ ਮਾਈਨਸ ਡੀ, ਮਤਲਬ ਡੈਪਰੀਸੀਏਸ਼ਨ ਹੈ ਇੱਥੇ। ਹੁਣ ਉਹ ਕਹਿੰਦਾ ਨੈਸ਼ਨਲ ਇਨਕਮ ਦੇ ਐਗਰੀਗੇਟ ਕਿਹੜੇ ਕਿਹੜੇ ਹੁੰਦੇ ਆ। ਪਹਿਲਾ ਐਗਰੀਗੇਟ GDP, ਗਰੋਸ ਦੇ, ਗਰੋਸ ਮਤਲਬ ਸਾਰਾ ਕੁਛ ਹੀ ਆ ਗਿਆ ਇਹਦੇ 'ਚ। ਹੁਣ ਇਹਦੇ 'ਚ ਡੈਪਰੀਸੀਏਸ਼ਨ ਵੀ ਆ ਗਈ। ਡੋਮੈਸਟਿਕ ਮਤਲਬ ਆਪਣੇ ਚਾਰ ਦੀਵਾਰੀ 'ਚ, ਪ੍ਰੋਡਕਟ ਮਤਲਬ ਜਿਹੜੀ ਚੀਜ਼ ਇੱਥੇ ਬਣੀ ਜਾਂ ਜਿਹੜੀ ਇਨਕਮ ਇੱਥੇ ਅਰਨ ਕੀਤੀ। ਹੁਣ ਇਹ ਵੀ ਯਾਰ ਕਈ ਤਰ੍ਹਾਂ ਦੀ ਹੈ, ਜਾਂ ਤਾਂ GDP ਐਟ MP ਹੈ, ਜਾਂ ਤਾਂ GDP ਕੀ ਹੈ ਐਟ
MP ਤੇ ਜਾਂ GDP ਐਟ FC ਹੈ। FC ਮਤਲਬ ਫੈਕਟਰ ਕਾਸਟ, ਤੇ MP ਹਮੇਸ਼ਾ FC ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ MP 'ਚ ਕੀ ਆ ਜਾਂਦਾ ਹੈ, ਟੈਕਸ ਅਤੇ ਸਬਸਿਡੀ। ਟੈਕਸ ਅਤੇ ਆਪਾਂ ਪਿੱਛੇ ਦੇਖਿਆ ਤਾਂ ਪਹਿਲਾਂ ਗਰੋਸ ਬਾਰੇ ਪੜ੍ਹਾ ਦਿਓ। ਗਰੋਸ ਡੋਮੈਸਟਿਕ ਪ੍ਰੋਡਕਟ ਐਟ MP ਕੀ ਹੈ? ਕਹਿੰਦਾ ਭਾਈ ਇਹ ਮਾਰਕੀਟ ਵੈਲਿਊ ਆ ਸਾਰੇ ਫਾਈਨਲ ਗੁੱਡਸ ਅਤੇ ਸਰਵਿਸਿਜ਼ ਦੀ ਕਿਸੇ ਮਾਰਕੀਟ ਦੇ ਵਿੱਚ, ਕਿਸੇ ਚਾਰ ਦੀਵਾਰੀ ਦੇ ਵਿੱਚ। ਚਾਰ ਦੀਵਾਰੀ ਕਿਉਂ? ਕਿਉਂਕਿ ਵਰਡ ਕੀ ਹੈ, ਡੋਮੈਸਟਿਕ। ਗਰੋਸ ਕਿਉਂ? ਕਿਉਂਕਿ ਇਹਦੇ ਸਾਰਾ ਕੁਝ ਆ ਜਾਂਦਾ। ਇਹਦੇ ਵਿੱਚ ਹੁਣ ਤੂੰ ਕੀ ਕਰੇਂਗਾ, ਇਹਦੇ ਤੈਨੂੰ ਡੈਪਰੀਸੀਏਸ਼ਨ ਵੀ ਹੋਊਗੀ ਇਹਦੇ 'ਚ। ਜਿਹਦੇ 'ਚ ਡੈਪਰੀਸੀਏਸ਼ਨ ਆ ਉਹ ਗਰੋਸ ਹੈ, ਜਿਹਦੀ ਡੈਪਰੀਸੀਏਸ਼ਨ ਆ ਉਹ ਕੀ ਹੈ, ਗਰੋਸ। ਠੀਕ ਹੈ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ GDP ਐਟ MP ਕੀ ਹੈ, ਇਹ ਸਿੰਪਲੀ ਉਹ ਚੀਜ਼ ਆ ਜਿਹੜੀ ਤੇਰੀ ਚਾਰ ਦੀਵਾਰੀ ਦੇ ਵਿੱਚ ਬਣੀ ਬਾਏ ਦੀ ਨਾਰਮਲ ਰੈਜ਼ੀਡੈਂਟਸ ਆਫ ਦ ਕੰਟਰੀ ਐਜ਼ ਵੈਲ ਐਜ਼ ਨੋਨ ਨੈਸ਼ਨਲਸ। ਚਾਹੇ ਕੋਈ ਅੰਗਰੇਜ਼ ਇੱਥੇ ਬੈਠਾ ਉਹ ਵੀ ਚੀਜ਼ ਬਣਾ ਰਿਹਾ, ਉਹ ਵੀ ਵਿੱਚ ਯੂਜ਼ ਕਰਨੀ ਹੈ। ਗਰੋਸ, ਗਰੋਸ ਸਾਰਾ ਕੁਝ ਆ ਗਿਆ। ਯਾਦ ਰੱਖੀ ਇਹਦੇ ਵਿੱਚ ਨੈਸ਼ਨਲਸ ਵੀ ਆਉਣਗੇ ਤੇ ਨੋਨ ਨੈਸ਼ਨਲਸ ਵੀ ਆਉਣਗੇ। GDP ਐਟ MP ਹੈ ਜਿਹੜੀ, ਉਹ ਵੈਲਿਊ ਲੱਭਦੀ ਹੈ ਫਾਈਨਲ ਗੁੱਡ ਦੀ ਸਰਵਿਸ ਦੀ ਐਟ ਮਾਰਕੀਟ ਪ੍ਰਾਈਸ ਦੇ ਵਿੱਚ। ਇਹ ਰਿਪੀਟ ਹੋ ਗਿਆ, ਇਹਨਾਂ ਯਾਦ ਨਾ ਕਰਿਓ, ਯਾਦ ਸਿਰਫ ਇਹ ਕਰਨਾ GDP ਐਟ MP ਕੀ ਹੈ। ਤੁਹਾਡੀ ਟੈਰੀਟਰੀ ਦੇ ਵਿੱਚ ਨੋਰਮਲ ਰੈਜ਼ੀਡੈਂਟਸ ਨੇ, ਚਾਹੇ ਉਹ ਨੈਸ਼ਨਲਸ ਆ ਚਾਹੇ ਉਹ ਬਾਹਰਲੇ ਬੰਦੇ ਆ, ਕਿੰਨਾ ਪ੍ਰੋਡਕਟ ਬਣਾਇਆ ਉਹ GDP ਐਟ MP ਆ। ਠੀਕ ਹੈ ਨਾ, ਕਹਿੰਦਾ ਕਰਨਾ ਕੀ ਹੈ ਤੁਸੀਂ, ਬਸ ਆਹੀ ਹੈ, ਹੋਰ ਕੁਝ ਨਹੀਂ। ਹੁਣ GDP ਐਟ MP ਦਾ ਹੋ ਗਿਆ। GDP ਐਟ FC ਦੇਖਦੇ ਹਾਂ ਕੀ ਹੈ ਪਹਿਲਾਂ, ਫਿਰ ਆਪਾਂ GNP ਨੂੰ ਹੱਥ ਪਾ ਦਿੰਦੇ। GDP ਐਟ FC ਹੈਗਾ ਇੱਥੇ, ਆ ਪਿਆ, ਉਹ ਰਿਲੇਟ ਹੋ ਜਾਊਗਾ ਨਾ, GDP ਰਿਲੇਟ ਹੋ ਜਾਊਗਾ। GDP ਐਟ FC ਦੇਖ ਲਾ ਕੀ ਹੈ, ਐਟ ਫੈਕਟਰ ਕਾਸਟ ਹੈ। ਕੀ ਹੈ ਇਹ? ਐਟ ਫੈਕਟਰ ਕਾਸਟ ਹੈ। ਠੀਕ ਹੈ, ਇੱਕ ਮਿੰਟ ਹੋ ਗਿਆ। ਕਹਿੰਦਾ ਭਾਈ GDP ਐਟ FC ਕੀ ਹੈ, ਬਸ ਕੁਛ ਵੀ ਨਹੀਂ। GDP ਐਟ MP ਸੀਗੀ ਜਿਹੜੀ, ਉਹਦੇ ਵਿੱਚ ਸੀਗੀ ਤੁਹਾਡੀ ਡੈਪਰੀਸੀਏਸ਼ਨ। ਡੈਪਰੀਸੀਏਸ਼ਨ ਇਹਦੇ 'ਚ ਵੀ ਹੈ, ਪਰ ਇਹਦੇ 'ਚ ਫੈਕਟਰ ਹੈ ਸਾਰੇ, ਫੈਕਟਰ ਆਫ ਪ੍ਰੋਡਕਸ਼ਨ ਦਾ ਪੈਸਾ ਆ ਗਿਆ। ਫੈਕਟਰ ਆਫ ਪ੍ਰੋਡਕਸ਼ਨ ਕਿਹੜੇ ਨੇ? ਇਟ ਇਜ਼ ਦੀ ਸਮ ਟੋਟਲ ਆਫ ਆਲ ਦਾ ਅਰਨਿੰਗਸ ਬਾਈ ਵੇਰੀਅਸ ਫੈਕਟਰਸ, ਫਾਰਮ ਆਫ ਵੇਜਸ, ਇੰਟਰਸਟ, ਰੈਂਟ ਅਤੇ ਪ੍ਰੋਫਿਟ ਵਿਦਿਨ ਦੀ ਕੰਟਰੀ ਵਿਚ ਇਨਕਲੂਡ ਡੈਪਰੀਸੀਏਸ਼ਨ। ਸਮਝ ਆ ਗਿਆ? ਜਨਰੇਟਡ ਬਾਏ ਨॉर्मल रेजिडेंट्स, नेशनल्स और नॉन नेशनल, सेम, बाकी चीज़ सेम। समझ आ गया? ਇਨਕਲੂਸਿਵ ਜਿੱਥੇ ਜੀ ਆ ਗਿਆ ਉਹਦੇ ਡੈਪਰੀਸੀਏਸ਼ਨ ਤਾਂ ਆਉਣੀ ਹੀ ਆਉਣੀ ਹੈ। ਮਾਰਕੀਟ ਵੈਲਿਊ ਆਫ ਗੁੱਡ ਹੈ ਜਿਹੜੀ, ਉਹ ਫੈਕਟਰ ਕਾਸਟ ਤੋਂ ਵੱਖਰੀ ਹੋਊਗੀ, ਤੁਹਾਨੂੰ ਪਤਾ ਹੀ ਹੈ। ਤੇ ਇੱਕ ਗੱਲ ਯਾਦ ਰੱਖਣੀ ਪਊਗੀ ਆਪਾਂ ਨੂੰ ਵੀ ਜਿਹੜੀ GDP FC ਦੇ ਵਿੱਚ ਉਹ ਘੱਟ ਹੋਊਗੀ। ਕਿਹਦੇ ਨਾਲ ਘੱਟ ਹੋਊਗੀ? ਉਹ MP ਨਾਲੋਂ। GDP FC ਘੱਟ ਹੋਊਗੀ ਹਮੇਸ਼ਾ MP ਨਾਲੋਂ, ਕਿਉਂਕਿ MP ਦੇ ਵਿੱਚ ਦੋ ਚੀਜ਼ਾਂ ਆ ਗਈਆਂ, ਟੈਕਸ ਅਤੇ ਸਬਸਿਡੀ। ਕੀ ਆ ਗਿਆ? ਟੈਕਸ ਤੇ ਸਬਸਿਡੀ ਦਾ ਜਿਹੜਾ ਮਾਈਨਸ ਹੁੰਦਾ ਉਹਨੂੰ ਨੈਟ ਟੈਕਸ ਕਹਿੰਦੇ ਆ। ਕੀ ਕਹਿੰਦੇ ਆ ਉਹਨੂੰ? ਯਾਨੀ ਕਿ ਜੇ ਤੂੰ GDP ਐਟ FC ਕੱਢਣੀ ਆ ਤਾਂ ਚੁੱਪ ਕਰਕੇ GDP ਐਟ MP ਦੇ ਵਿੱਚੋਂ ਟੈਕਸ ਘਟਾ ਦੇ, ਸਬਸਿਡੀ ਜੋੜ ਦੇ। ਟੈਕਸ ਘਟਾ ਦੇ, ਸਬਸਿਡੀ ਜੋੜ ਦੇ, ਤੇ ਉਹ ਚੀਜ਼ ਬਣਦੀ ਕੀ ਹੈ? ਨੈਟ ਟੈਕਸ ਬਣਦੀ ਹੈ। ਨੈਟ ਟੈਕਸ ਕੀ ਹੁੰਦਾ? ਟੈਕਸ ਘਟਾ ਦੋ, ਸਬਸਿਡੀ ਜੋੜ ਦੋ, ਉਹਨੂੰ ਨੈਟ ਟੈਕਸ ਕਹਿੰਦੇ ਆ। ਉਹਨੂੰ ਕੀ ਕਹਿੰਦੇ ਆ? ਨੈਟ ਟੈਕਸ। GDP ਐਟ MP, GDP ਐਟ FC ਪਤਾ ਲੱਗ ਗਿਆ। ਹੁਣ ਆਪਾਂ ਆਵਾਂਗੇ ਦੂਜੇ ਤੇ, ਉਹਨੂੰ ਕਹਿੰਦੇ GNP। ਕੀ ਕਹਿੰਦੇ ਆ ਉਹਨੂੰ? ਗ੍ਰੋਸ ਨੈਸ਼ਨਲ ਪ੍ਰੋਡਕਟ ਐਟ MP, ਗ੍ਰੋਸ ਨੈਸ਼ਨਲ ਪ੍ਰੋਡਕਟ ਐਟ FC। GNP ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ MP ਤੇ ਇੱਕ FC। GNP ਐਟ MP ਆ ਜਾਓ ਪਹਿਲਾਂ ਤਾਂ। MP ਦੀ ਗੱਲ ਕਰੋ, ਮਾਰਕੀਟ ਵੈਲਿਊ ਹਰ ਗੁੱਡ ਦੀ, ਹਰ ਸਰਵਿਸ ਦੀ ਬਾਈ ਦੀ ਨਾਰਮਲ ਰੈਜ਼ੀਡੈਂਟ ਕੰਟਰੀ ਡਿਊਰਿੰਗ ਏ ਈਅਰ। ਡੈਪਰੀਸੀਏਸ਼ਨ ਤਾਂ ਆਊਗੀ, ਜਿੱਥੇ G ਆਊਗੀ ਉੱਥੇ ਡੈਪਰੀਸੀਏਸ਼ਨ ਆਊਗੀ ਤਾਂ ਰੱਟਾ ਹੀ ਹੈ। ਤਾਂ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਚਾਹੇ ਬੰਦਾ ਬਾਹਰ ਬੈਠਾ ਹੈ, ਠੀਕ ਹੈ, ਕਿਉਂਕਿ ਵਰਡ ਕੀ ਹੈ? GNP, ਨੈਸ਼ਨਲ ਪ੍ਰੋਡਕਟ। ਪਤਾ ਲੱਗ ਗਿਆ? ਇਹ ਗੱਲ ਯਾਦ ਰੱਖ ਲਾ, GDP ਵੀ ਸੇਮ ਹੀ ਸੀ, ਪਰ GDP 'ਚ ਬਾਹਰਲੀ ਇਨਕਮ ਨਹੀਂ ਸੀ, NP 'ਚ ਬਾਹਰਲੀ ਇਨਕਮ ਵੀ ਆ ਗਈ। GDP ਸਿਰਫ ਆਪਣੀ ਚਾਰ ਦੀਵਾਰੀ ਸੀ, GNP ਸਾਰਾ ਵਰਲਡ ਹੈ ਜਿੱਥੇ ਜਿੱਥੇ ਸਾਡੇ ਬੰਦੇ ਬੈਠੇ। ਯਾਨੀ ਕਿ ਜੇ ਤੁਸੀਂ GDP ਦੇ ਵਿੱਚ ਬਾਹਰਲੀ ਇਨਕਮ ਜੋੜਦੇ ਹੋ ਤਾਂ GNP ਬਣ ਜੂਗੀ। GNP ਕਿਵੇਂ ਬਣ ਗਈ? GDP ਦੇ ਵਿੱਚ ਬਾਹਰਲੀ ਇਨਕਮ ਜੋੜ ਦਿਓ, GNP ਬਣ ਜੂਗੀ।
ਠੀਕ ਹੈ ਨਾ। ਇਹ ਗੱਲ ਯਾਦ ਰੱਖਣੀ ਪਊਗੀ ਤੈਨੂੰ। GNP GDP ਦੇ ਵਿੱਚ ਕੁਛ ਜੋੜ ਕੇ ਬਰਾਬਰ ਆਈ ਤਾਂ ਵੱਡੀ ਕੌਣ ਹੋਈ? GNP ਵੱਡੀ ਹੈ GDP ਨਾਲੋਂ। GNP ਵੱਡੀ ਹੈ GDP ਨਾਲੋਂ, ਕਿਉਂਕਿ GNP ਦੇ ਵਿੱਚ ਬਾਹਰਲੀ ਇਨਕਮ ਵੀ ਆਉਂਦੀ ਹੈ। ਬਾਹਰਲੀ ਇਨਕਮ ਵੀ ਸਾਡੇ ਵਾਲੇ ਨੇ ਜਿਹੜੀ ਕਮਾਈ ਹੈ, ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਠੀਕ ਹੈ, ਇੱਕ ਗੱਲ ਯਾਦ ਰੱਖੀ, ਜੇ ਬਾਈ ਚਾਂਸ ਸਾਡੇ ਵਾਲੇ ਨੇ ਬਾਹਰ ਉਲਟਾ ਕਮਾਏ ਹੈ ਨਹੀਂ, ਲਾਏ ਹੈ ਤਾਂ GNP ਫਿਰ GDP ਨਾਲੋਂ ਘੱਟ ਵੀ ਸਕਦੀ ਹੈ। ਲਾਏ ਹੈ ਤਾਂ GNP GDP ਤੋਂ ਘੱਟ ਵੀ ਸਕਦੀ ਹੈ, ਕਿਉਂਕਿ ਆ ਮਾਈਨਸ 'ਚ ਆ ਜੂ। ਠੀਕ ਹੈ, ਤੇ ਮਾਈਨਸ ਦਾ ਨਿਸ਼ਾਨ ਪੈ ਜੂ। ਇਹਦਾ ਮਤਲਬ ਇਹ ਹੋ ਗਿਆ ਵੀ GDP ਅਤੇ GNP ਵੀ ਦੋਨੇ ਵੱਖਰੋ ਵੱਖਰੀਆਂ ਟਰਮਸ ਨੇ। GDP ਦਾ ਸਿਰਫ ਉਹ ਪ੍ਰੋਡਕਸ਼ਨ ਹੈ ਜਿਹੜੀ ਤੁਹਾਡੀ ਚਾਰ ਦੀਵਾਰੀ 'ਚ ਬਣੀ, ਤੇ GNP ਉਹ ਪ੍ਰੋਡਕਸ਼ਨ ਹੈ ਜਿਹੜੀ ਤੁਹਾਡੇ ਵਾਲਿਆਂ ਨੇ ਬਣਾਈ, ਚਾਹੇ ਇੱਥੇ ਚਾਹੇ ਬਾਹਰ, ਚਾਹੇ ਇੱਥੇ ਚਾਹੇ ਬਾਹਰ। ਠੀਕ ਹੈ, ਯਾਨੀ ਕਿ ਨੈਸ਼ਨਲ ਪ੍ਰੋਡਕਟ ਜਿਹੜਾ ਕੰਸੈਪਟ ਆ ਉਹ ਥੋੜ੍ਹਾ ਜਿਹਾ ਵਾਈਡ ਹੈ ਡੋਮੈਸਟਿਕ ਦੇ ਨਾਲੋਂ। ਠੀਕ ਹੈ, ਕਿਉਂਕਿ ਇਹਦੇ ਵਿੱਚ ਬਾਹਰਲੀ ਇਨਕਮ ਵੀ ਆ ਜਾਂਦੀ ਹੈ।